ਅੱਗੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਚਨ ਕਰ ਰਹੇ ਨੇ, ਕੇਤੇ ਮੰਗੈ ਜੋਧ ਅਪਾਰ। ਕੇਤੇ ਦਾ ਅਰਥ ਹੈ ਕਈ। ਕੇਤੇ ਜਿਹੜੇ ਕਈ ਲੋਕ ਨੇ, ਮੰਗੈ ਮੰਗਦੇ ਨੇ। ਕੌਣ ਮੰਗਦੇ ਨੇ? ਜੋਧ। ਜੋਧ ਦਾ ਅਰਥ ਯੋਧੇ। ਅਪਾਰ ਕਹਿੰਦੇ ਬੇਅੰਤ ਜਿਹੜੇ ਯੋਧੇ ਨੇ, ਸੂਰਮੇ ਨੇ, ਉਹ ਵੀ ਅਕਾਲ ਪੁਰਖ ਪਰਮਾਤਮਾ ਦੇ ਦਰ ਤੇ ਮੰਗਦੇ ਨੇ। ਕਈ ਕੁਝ ਮੰਗਦੇ ਨੇ। ਮੈਂ ਨਿੱਕਾ ਜਿਹਾ ਹਵਾਲਾ ਦੇਵਾਂ, ਜਦੋਂ ਪੁਰਾਤਨ ਸਮਿਆਂ ਦੇ ਵਿੱਚ ਉਹ ਯੋਧੇ ਸੂਰਮੇ ਜੰਗ ਦੇ ਮੈਦਾਨ ਲਈ ਜਾਣ ਵਾਸਤੇ ਤਿਆਰੀ ਖਿੱਚਦੇ ਸੀ ਨਾ, ਤੇ ਉਹ ਜੰਗ ਦੇ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਕਿਸੇ ਨਾ ਕਿਸੇ ਇਸ਼ਟ ਦੇ ਅੱਗੇ ਅਰਦਾਸ ਬੇਨਤੀ ਪ੍ਰਾਰਥਨਾ ਕਰਦੇ ਸੀ। ਉਹ ਜਿਹੜੀ ਅਰਦਾਸ ਕਰਦੇ ਸੀ, ਪ੍ਰਾਰਥਨਾ ਕਰਦੇ ਸੀ, ਉਹਦੇ ਵਿੱਚ ਉਹ ਜਿੱਤ ਦੇ ਵਾਸਤੇ ਅਰਜ਼ੋਈ ਕਰਦੇ ਸੀ। ਇਹ ਵੀ ਤਾਂ ਮੰਗ ਹੀ ਆ ਨਾ ਪ੍ਰਮਾਤਮਾ ਅੱਗੇ, ਆਪਣੇ ਇਸ਼ਟ ਦੇ ਅੱਗੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਕੇਤੇ ਮੰਗੈ ਜੋਧ ਅਪਾਰ। ਕਹਿੰਦੇ ਕਈ ਸੂਰਮੇ ਯੋਧੇ ਵੀ ਨੇ ਜਿਹੜੇ ਉਸ ਪ੍ਰਮਾਤਮਾ ਦੇ ਅੱਗੋਂ ਮੰਗਦੇ ਨੇ। ਅਸੀਂ ਅੱਜ ਵੀ ਇਹ ਸ਼ਬਦ ਵਰਤਦੇ ਹਾਂ ਕਿ ਹਰ ਮੈਦਾਨ ਫਤਿਹ, ਭਾਵ ਕਾਮਯਾਬੀ ਹੋਵੇ, ਫਤਿਹ ਦੀ ਜਾਚਨਾ ਕਰਦੇ ਹਾਂ। ਤੇ ਸਾਹਿਬ ਕਹਿੰਦੇ ਕੇਤੇ ਮੰਗੈ ਜੋਧ ਅਪਾਰ। ਕਈ ਐਸੇ ਸੂਰਮੇ ਨੇ, ਬੇਅੰਤ ਐਸੇ ਸੂਰਮੇ ਨੇ ਜਿਹੜੇ ਅਕਾਲ ਪੁਰਖ ਪਰਮਾਤਮਾ ਦੇ ਦਰ ਤੋਂ ਮੰਗ ਰਹੇ ਨੇ। ਕੇਤਿਆਂ ਗਣਤ ਨਹੀਂ ਵਿਚਾਰ। ਗਣਤ ਦਾ ਅਰਥ ਹੈ ਗਿਣਤੀ। ਸਾਹਿਬ ਕਹਿੰਦੇ ਉਹ ਮੰਗਣ ਵਾਲੇ ਕਿੰਨੇ ਕੁ ਨੇ? 1000, 10,000, 50,000, ਲੱਖ। ਸਾਹਿਬ ਕਹਿੰਦੇ ਨਹੀਂ, ਉਹਨਾਂ ਮੰਗਣ ਵਾਲਿਆਂ ਦੀ ਕੋਈ ਗਿਣਤੀ ਨਹੀਂ, ਉਹਨਾਂ ਦੀ ਗਿਣਤੀ ਤੇ ਕੋਈ ਵਿਚਾਰ ਨਹੀਂ ਕੀਤੀ ਜਾ ਸਕਦੀ। ਕੇਤਿਆਂ ਗਣਤ ਨਹੀਂ ਵਿਚਾਰ। ਉਹ ਮੰਗਣ ਵਾਲੇ ਕਿੰਨੇ ਨੇ? ਸਾਹਿਬ ਕਹਿੰਦੇ ਇਹਦੇ ਤੇ ਕੋਈ ਗਿਣਤੀ ਨਹੀਂ, ਇਹਦੇ ਤੇ ਕੋਈ ਵਿਚਾਰ ਨਹੀਂ ਹੋ ਸਕਦੀ, ਕਿਉਂਕਿ ਉਹਦੇ ਦਰ ਤੋਂ ਬੇਅੰਤੀ ਮੰਗਣ ਵਾਲੇ ਨੇ। ਕੇਤੇ ਖੱਪ ਟੁੱਟੈ ਵਿਕਾਰ। ਤੇ ਕਹਿੰਦੇ ਕਈ ਜੀਵ ਇਹੋ ਜਿਹੇ ਨੇ ਜਿਹੜੇ ਉਸ ਪਰਮਾਤਮਾ ਅਕਾਲ ਪੁਰਖ ਦੀਆਂ ਦਾਤਾਂ ਨੂੰ ਮੰਗ ਕੇ ਵਰਤ ਕੇ ਵਿਕਾਰਾਂ ਦੇ ਵਿੱਚ ਪੈ ਕੇ ਇਸ ਪ੍ਰਕਾਰ ਹੀ ਟੁੱਟੈ ਵਿਕਾਰ। ਕਹਿੰਦੇ ਵਿਕਾਰਾਂ ਦੇ ਵਿੱਚ ਖੱਪ ਕੇ ਨਾਸ਼ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਬੇਅੰਤ ਨੇ ਐਸੇ ਜੀਵ ਸੰਸਾਰ ਦੇ ਵਿੱਚ ਜਿਹੜੇ ਉਸ ਮਾਲਕ ਪਰਮਾਤਮਾ ਦੀਆਂ ਦਾਤਾਂ ਲੈ ਕੇ, ਉਹਨਾਂ ਦਾਤਾਂ ਦੇ ਵਿੱਚ ਖਚਿਤ ਹੋ ਕੇ, ਵਿਕਾਰਾਂ ਦੇ ਵਿੱਚ ਖਚਿਤ ਹੋ ਕੇ ਆਪਣੇ ਆਪ ਨੂੰ ਨਾਸ਼ ਕਰ ਲੈਂਦੇ ਨੇ। ਕੇਤੇ ਲੈ ਲੈ ਮੁੱਕਰ ਪਾਹੇ। ਹੁਣ ਸਾਹਿਬ ਕਹਿੰਦੇ ਬੇਅੰਤੀ ਐਸੇ ਨਾ ਸ਼ੁਕਰੇ ਲੋਕ ਨੇ ਜਿਹੜੇ ਉਸ ਪਰਮਾਤਮਾ ਅਕਾਲ ਪੁਰਖ ਦੇ ਦਰ ਤੋਂ ਦਾਤਾਂ ਲੈ ਕੇ ਤੇ ਉਹ ਦਾਤਾਂ ਨੂੰ ਪ੍ਰਾਪਤ ਕਰਕੇ ਫਿਰ ਮੁੱਕਰ ਵੀ ਜਾਂਦੇ ਨੇ। ਦਾਤਾਂ ਪਰਮਾਤਮਾ ਦੀਆਂ ਵਰਤ ਲੈਂਦੇ ਨੇ, ਅਕਾਲ ਪੁਰਖ ਪਰਮਾਤਮਾ ਦੇ ਦਰ ਤੋਂ ਮੰਗਦੇ ਨੇ, ਮਾਲਕ ਦਿੰਦਾ ਹੈ, ਉਹਨਾਂ ਦਾਤਾਂ ਨੂੰ ਵਰਤ ਲੈਂਦੇ ਨੇ, ਫਿਰ ਮੁੱਕਰ ਵੀ ਜਾਂਦੇ ਨੇ। ਕੀ ਕਹਿੰਦੇ? ਕਹਿੰਦੇ ਸਾਨੂੰ ਪਰਮਾਤਮਾ ਨੇ ਕੀ ਦਿੱਤਾ, ਸਾਨੂੰ ਉਸ ਰੱਬ ਨੇ ਕੀ ਦਿੱਤਾ। ਸਭ ਕਹਿੰਦੇ 2-4 ਨਹੀਂ, ਬੇਅੰਤ ਨੇ ਐਸੇ ਗਿਣਤੀ ਦੇ ਵਿੱਚ। ਕੇਤੇ ਲੈ ਲੈ ਮੁੱਕਰ ਪਾਹੇ। ਬੇਅੰਤ ਨੇ ਐਸੇ ਨਾ ਸ਼ੁਕਰੇ ਲੋਕ ਜਿਹੜੇ ਉਸ ਅਕਾਲ ਪੁਰਖ ਪਰਮਾਤਮਾ ਦੀਆਂ ਦਾਤਾਂ ਨੂੰ ਲੈ ਕੇ ਮੁੱਕਰ ਜਾਂਦੇ ਨੇ। ਵੈਸੇ ਮੈਂ ਬੇਨਤੀ ਕਰਾਂ, ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਉਹ ਬੜਾ ਬਖਸ਼ਿੰਦ ਹੈ। ਉਹ ਅਕਾਲ ਪੁਰਖ ਪਰਮਾਤਮਾ ਬੜਾ ਕਿਰਪਾਲੂ ਹੈ। ਇੱਥੋਂ ਅਸੀਂ ਅਕਾਲ ਪੁਰਖ ਪਰਮਾਤਮਾ ਦੇ ਕੋਲੋਂ ਜਿਹੜੇ ਦਾਤਾਂ ਪ੍ਰਾਪਤ ਕਰਨ ਵਾਲੇ ਨੇ ਨਾ, ਉਹਨਾਂ ਨੂੰ 3 ਸ਼੍ਰੇਣੀਆਂ ਦੇ ਵਿੱਚ ਵੰਡ ਸਕਦੇ ਹਾਂ। ਹੁਣ ਇੱਥੇ ਕਹਿੰਦੇ ਕੇਤੇ ਲੈ ਲੈ ਮੁੱਕਰ ਪਾਹੇ। ਇੱਕ ਤੇ ਉਹ ਨੇ ਜਿਹੜੇ ਦਾਤਾਂ ਲੈਂਦੇ ਨੇ ਤੇ ਦਾਤਾਂ ਲੈਣ ਤੋਂ ਬਾਅਦ ਮੁੱਕਰ ਜਾਂਦੇ ਨੇ। ਇੱਦਾਂ ਲੈ ਲਈਏ ਕਿ ਉਹ ਅਕਾਲ ਪੁਰਖ ਪਰਮਾਤਮਾ ਦੀ ਧੰਨਵਾਦ ਕਰਨ ਦੀ ਜਗ੍ਹਾ, ਉਸ ਪਰਮਾਤਮਾ ਦਾ ਸ਼ੁਕਰ ਕਰਨ ਦੀ ਜਗ੍ਹਾ ਇਹ ਕਹਿੰਦੇ ਨੇ ਵੀ ਸਾਨੂੰ ਦਿੱਤਾ ਕੀ ਆ। ਇੱਕ ਤੇ ਉਹ ਕੈਟਾਗਰੀ ਦੇ ਨੇ। ਇਸ ਪੰਕਤੀ ਵਿੱਚ ਉਹਨਾਂ ਦੀ ਗੱਲ ਲੈ ਲਈ ਕਿ ਜਿਹੜੇ ਉਸ ਅਕਾਲ ਪੁਰਖ ਦੀਆਂ ਦਾਤਾਂ ਲੈ ਰਹੇ ਨੇ ਤੇ ਦਾਤਾਂ ਲੈਣ ਤੋਂ ਬਾਅਦ ਕਹਿੰਦੇ ਸਾਨੂੰ ਮਿਲਿਆ ਹੀ ਕੁਝ ਨਹੀਂ। ਉਹਨਾਂ ਨੂੰ ਕਿਹਾ ਜਾਂਦਾ ਨਾ ਸ਼ੁਕਰੇ, ਉਹਨਾਂ ਨੂੰ ਕਿਹਾ ਜਾਂਦਾ ਅਕਿਰਤ ਕਣ। ਮੈਂ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਦੇ ਵਿੱਚੋਂ 2 ਉਹਨਾਂ ਦੀਆਂ ਰਚਨਾਵਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂ ਤਾਂ ਕਿ ਇਹ ਪੰਕਤੀ ਸਾਨੂੰ ਕਲੀਅਰ ਸਮਝ ਵਿੱਚ ਆ ਜਾਏ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਵਾਰ ਦੀ ਉਚਾਰਨ ਕੀਤੀ। ਕਹਿੰਦੇ ਮੱਧ ਵਿੱਚ ਰਿੱਧਾ ਪਾਏ ਕੈ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪਰੀ ਤਿਸ ਮੰਦੀ ਵਾਸ, ਢੱਕ ਲੈ ਚੱਲੀ ਚੂਹੜੀ ਕਰ ਭੋਗ ਵਿਲਾਸ, ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ, ਨਦਰੀ ਪਵੈ ਅਕਿਰਤ ਕਹਾਣ ਮਤ ਹੋਏ ਵਿਨਾਸ਼। ਇਹਦੇ ਅਰਥ ਨੇ, ਕਹਿੰਦੇ ਇੱਕ ਵਿਭਚਾਰਨ ਔਰਤ ਆ ਤੇ ਉਹਨੇ ਕੀ ਕੀਤਾ, ਮੱਧ ਵਿੱਚ ਰਿੱਧਾ ਪਾਏ ਕਹਿ
ਕੁੱਤੇ ਦਾ ਮਾਸ। ਕਹਿੰਦੇ ਹੁਣ ਮਾਸ ਵੀ ਉਹ ਰਿੰਨੇ ਆ ਜਿਹਨੂੰ ਕੋਈ ਖਾਣ ਵਾਸਤੇ ਤਿਆਰ ਨਹੀਂ, ਕੁੱਤੇ ਦਾ ਮਾਸ। ਤੇ ਰਿੰਨਿਆਂ ਵੀ ਕਾਹਦੇ ਵਿੱਚ ਪਾ ਕੇ? ਸ਼ਰਾਬ ਦੇ ਵਿੱਚ ਪਾ ਕੇ। ਫਿਰ ਜਦੋਂ ਉਹ ਤਿਆਰ ਕਰ ਲਿਆ, ਸ਼ਰਾਬ ਪਾ ਕੇ ਕੁੱਤੇ ਦਾ ਮਾਸ ਧਰ ਕੇ ਤਿਆਰ ਕਰ ਲਿਆ, ਫਿਰ ਮਨੁੱਖ ਦੀ ਖੋਪਰੀ ਲਈ ਤੇ ਮਨੁੱਖ ਦੀ ਖੋਪਰੀ ਦੇ ਵਿੱਚ ਕਹਿੰਦੇ ਉਹ ਕੁੱਤੇ ਦਾ ਮਾਸ ਰਿੰਨ ਕੇ ਤੇ ਪਾ ਲਿਆ। ਢੱਕ ਲੈ ਚੱਲੀ ਚੂੜੀ ਕਰ ਭੋਗ ਵਿਲਾਸ, ਵਾਸ਼ਨਾਵਾਂ ਨੂੰ ਭੋਗ ਕੇ। ਕਹਿੰਦੇ ਉਹ ਜਿਹੜੀ ਇਸਤਰੀ ਸੀ ਉਸ ਕੁੱਤੇ ਦੇ ਮਾਸ ਨੂੰ ਸ਼ਰਾਬ ਵਿੱਚ ਰਿੰਨ ਕੇ ਮਨੁੱਖ ਦੀ ਖੋਪੜੀ ਵਿੱਚ ਪਾ ਕੇ ਉਸ ਗੰਦੇ ਕੱਪੜੇ ਦੇ ਨਾਲ ਖੂਨ ਦੇ ਨਾਲ ਲੱਥਪੱਥ ਕੱਪੜੇ ਦੇ ਨਾਲ ਉਸ ਖੋਪੜੀ ਨੂੰ ਢੱਕ ਕੇ ਤੇ ਤੁਰ ਪਏ। ਰਾਹ ਦੇ ਵਿੱਚ ਕਿਸੇ ਨੇ ਪੁੱਛਿਆ ਕਿ ਬੀਬੀ ਭੈਣ ਆ ਕੀ ਢੱਕ ਕੇ ਲਈ ਜਾਨੀ ਆ? ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ। ਕਹਿੰਦੇ ਜਦੋਂ ਉਹਨੂੰ ਕਿਸੇ ਨੇ ਆਖਿਆ ਤੇ ਪੁੱਛਿਆ, ਉਹਨੇ ਅੱਗੋਂ ਦੱਸਿਆ, ਕਹਿੰਦੇ ਇਹ ਕੁੱਤੇ ਦਾ ਮਾਸ ਆ, ਸ਼ਰਾਬ ਵਿੱਚ ਪਾ ਕੇ ਰਿੰਨਿਆ, ਮਨੁੱਖ ਦੀ ਖੋਪੜੀ ਵਿੱਚ ਪਾ ਕੇ ਲਈ ਜਾਨੀ ਆ। ਤੇ ਉਹਨੇ ਸਿਆਣੇ ਨੇ ਕਿਹਾ, ਉਹ ਭਲੀਏ, ਪਹਿਲਾਂ ਤੇ ਕੁੱਤੇ ਦਾ ਮਾਸ ਅਪਵਿੱਤਰ, ਫਿਰ ਤੂੰ ਸ਼ਰਾਬ ਵਿੱਚ ਪਾ ਕੇ ਰਿੰਨਿਆ, ਫਿਰ ਸਗੋਂ ਅਪਵਿੱਤਰ, ਫਿਰ ਮਨੁੱਖ ਦੀ ਖੋਪਰੀ ਵਿੱਚ ਪਾ ਕੇ ਲਈ ਜਾਨੀ, ਹੋਰ ਅਪਵਿੱਤਰ। ਤੇਰੇ ਨਾਂ ਦੇ ਨਾਲ ਵਿਭਚਾਰਨ ਸ਼ਬਦ ਜੁੜਿਆ, ਤੂੰ ਆਪ ਅਪਵਿੱਤਰ। ਉਹਦੇ ਤੋਂ ਬਾਅਦ ਜਿਹੜਾ ਕੱਪੜਾ ਉੱਤੇ ਪਾ ਕੇ ਢੱਕ ਕੇ ਲੈ ਕੇ ਜਾ ਰਹੀ, ਉਹ ਵੀ ਖੂਨ ਦੇ ਨਾਲ ਲੱਥਪੱਥ ਅਪਵਿੱਤਰ। ਕਹਿੰਦੇ ਇਹਨੂੰ ਢੱਕ ਕੇ ਕਿਉਂ ਲੈ ਕੇ ਚੱਲੀ ਆ? ਤੇ ਉਹਦਾ ਜਵਾਬ ਬੜਾ ਸੋਹਣਾ ਸੀ ਭੈਣ ਦਾ। ਕਹਿੰਦੀ ਨਦਰੀ ਪਵੈ ਅਕਿਰਤ ਘਣ ਮਤ ਹੋਏ ਵਿਨਾਸ਼। ਅਕਿਰਤ ਘਣ ਕਹਿੰਦੇ ਹੀ ਉਹਨੂੰ ਨੇ ਜਿਹੜਾ ਨਾ ਸ਼ੁਕਰਾ ਮਨੁੱਖ ਹੋਵੇ। ਅਕਿਰਤ ਘਣ ਕਿਹਾ ਹੀ ਉਸ ਨੂੰ ਜਾਂਦਾ ਹੈ ਜਿਹੜਾ ਅਕਾਲ ਪੁਰਖ ਦੀਆਂ ਦਾਤਾਂ ਲੈ ਕੇ ਉਹਦਾ ਸ਼ੁਕਰ ਨਾ ਕਰੇ। ਉਹਨਾਂ ਨੂੰ ਦਾਤਾਂ ਤੇ ਪਿਆਰੀਆਂ ਲੱਗਣ ਪਰ ਦਾਤਾਰ ਚੰਗਾ ਨਾ ਲੱਗੇ। ਦਾਤ ਪਿਆਰੀ ਵਿਸਰਿਆ ਦਾਤਾਰ ਭੁੱਲਿਆ ਰਹੇ। ਤੇ ਉਹ ਬੀਬੀ ਭੈਣ ਕਹਿੰਦੀ ਜੇ ਇਹੋ ਜਿਹੇ ਅਕਿਰਤ ਘਣ ਦੀ ਨਦਰੀ ਪੈ ਗਿਆ ਤੇ ਇਹ ਖਾਣ ਦੇ ਯੋਗ ਹੀ ਨਹੀਂ ਰਹਿਣਾ। ਉਹ ਪਹਿਲਾਂ ਹੀ ਨਹੀਂ ਸੀ ਖਾਣ ਦੇ ਯੋਗ, ਕਹਿੰਦੀ ਉਹ ਫਿਰ ਸਗੋਂ ਹੀ ਨਹੀਂ ਖਾਣ ਦੇ ਯੋਗ ਰਹਿਣਾ। ਕਮਾਲ ਦੀ ਗੱਲ, ਅਕਿਰਤ ਘਣ ਨੂੰ ਇੰਨਾ ਮਾੜਾ ਕਿਹਾ। ਫਿਰ ਉਹਦੇ ਨਾਲ ਹੀ ਇੱਕ ਪੌੜੀ ਹੋਰ ਤੇ ਭਾਈ ਗੁਰਦਾਸ ਸਾਹਿਬ ਨੇ ਕਿਹਾ, ਕਹਿੰਦੇ ਮੈਂ ਕਿਹਾ ਵੱਡੇ ਵੱਡੇ ਪਰਬਤ ਨੇ, ਉਹਨਾਂ ਦਾ ਭਾਰ ਨਹੀਂ ਚੁੱਕਿਆ ਜਾਂਦਾ ਤੇਰੇ ਕੋਲੋਂ। ਭਾਈ ਗੁਰਦਾਸ ਸਾਹਿਬ ਕਹਿੰਦੇ ਮੈਂ ਉਹਨੂੰ ਕਿਹਾ ਵੀ ਦੱਸ, ਜਿਹੜੇ ਵੱਡੇ ਵੱਡੇ ਪਰਬਤ ਨੇ, ਜਿਹੜੇ ਅਸਮਾਨ ਨੂੰ ਖਹਿੰਦੇ ਨੇ, ਉਹਨਾਂ ਦਾ ਭਾਰ ਨਹੀਂ ਚੁੱਕਿਆ ਜਾਂਦਾ? ਉਹ ਕਹਿੰਦੀ ਨਹੀਂ। ਕਹਿੰਦੇ ਮੈਂ ਕਿਹਾ ਜਿਹੜੇ ਨਦੀਆਂ ਨੇ, ਸਮੁੰਦਰ ਨੇ, ਉਹਨਾਂ ਦੇ ਪਾਣੀ ਦਾ ਭਾਰ ਨਹੀਂ ਤੇਰੇ ਕੋਲੋਂ ਚੁੱਕਿਆ ਜਾਂਦਾ? ਉਹ ਕਹਿੰਦੀ ਨਹੀਂ। ਕਹਿੰਦੀ ਮੈਂ, ਭਾਈ ਗੁਰਦਾਸ ਸਾਹਿਬ ਕਹਿੰਦੇ ਮੈਂ ਕਿਹਾ ਕਿ ਇੱਥੇ ਵੱਡੇ ਵੱਡੇ ਮਹਿਲ ਨੇ, ਕਿਲੇ ਨੇ, ਲੋਕਾਂ ਦੇ ਘਰ ਨੇ ਉੱਚੇ ਉੱਚੇ, ਉਹਨਾਂ ਦਾ ਭਾਰ ਨਹੀਂ ਚੁੱਕਿਆ ਜਾਂਦਾ? ਧਰਤੀ ਕਹਿੰਦੀ ਨਹੀਂ। ਕਹਿੰਦੇ ਮੈਂ ਕਿਹਾ ਬੇਅੰਤ ਜੀਵ ਜੰਤੂ ਨੇ, ਪਸ਼ੂ ਪੰਛੀ ਨੇ, ਉਹਨਾਂ ਦਾ ਭਾਰ ਨਹੀਂ ਚੁੱਕਿਆ ਜਾਂਦਾ? ਕਹਿੰਦੇ ਧਰਤੀ ਕਹਿੰਦੀ ਨਹੀਂ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਿਹਾ, ਕਹਿੰਦੇ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ। ਧਰਤੀ ਕਹਿੰਦੇ ਮੈਨੂੰ ਉਹਨਾਂ ਦਾ ਭਾਰ ਵੀ ਨਹੀਂ ਲੱਗਦਾ ਜਿਹੜੇ ਪਰਬਤ ਅਸਮਾਨ ਨੂੰ ਖਹਿੰਦੇ ਨੇ। ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹੰਦੇ। ਨਾ ਮੈਨੂੰ ਨਦੀਆਂ ਦਾ ਭਾਰ, ਨਾ ਸਮੁੰਦਰਾਂ ਦਾ ਭਾਰ। ਨਾ ਤਿਸ ਭਾਰੇ ਕੋਟਗੜ੍ਹ ਘਰ ਬਾਹਰ ਦਿਸੰਦੇ। ਮੈਨੂੰ ਉਹਨਾਂ ਘਰਾਂ ਦਾ, ਮਹਿਲ ਮਾੜੀਆਂ ਦਾ ਵੀ ਭਾਰ ਨਹੀਂ ਜਿਹੜੇ ਬੇਅੰਤ ਦਿਖਾਈ ਦੇ ਰਹੇ ਨੇ। ਨਾ ਤਿਸ ਭਾਰੇ ਕੋਟਗੜ੍ਹ ਘਰ ਬਾਹਰ ਦਸੰਦੇ। ਨਾ ਤਿਸ ਭਾਰੇ ਜੀਵ ਜੰਤ ਅਣਗਣਤ ਫਿਰੰਦੇ। ਮੈਨੂੰ ਉਹਨਾਂ ਜੀਵ ਜੰਤੂਆਂ ਦਾ ਭਾਰ ਵੀ ਨਹੀਂ। ਫਿਰ ਤੈਨੂੰ ਭਾਰ ਕਾਹਦਾ? ਤੂੰ ਕਹਿੰਦੀ ਭਾਰ ਲੱਗਦਾ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਧਰਤੀ ਕਹਿੰਦੀ ਭਾਰੇ ਪੂਈ ਅਕਿਰਤ ਕਹਿਣ ਮੰਦੀ ਹੂੰ ਮੰਦੇ। ਧਰਤੀ ਕਹਿੰਦੀ ਮੈਨੂੰ ਉਹਨਾਂ ਨਾ ਸ਼ੁਕਰਿਆਂ ਦਾ ਭਾਰ ਲੱਗਦਾ ਜਿਹੜੇ ਅਕਿਰਤ ਘਣ ਨੇ। ਕਹਿੰਦੀ ਉਹ ਭੈੜਿਆਂ ਤੋਂ ਵੀ ਭੈੜੇ ਮਨੁੱਖ ਨੇ ਜਿਹੜੇ ਮਾਲਕ ਪਰਮਾਤਮਾ ਦੀਆਂ ਦਾਤਾਂ ਤੇ ਵਰਤ ਰਹੇ ਨੇ ਪਰ ਮਾਲਕ ਪਰਮਾਤਮਾ ਦਾ ਸ਼ੁਕਰ ਨਹੀਂ ਕਰਦੇ। ਮੈਨੂੰ ਉਹਨਾਂ ਦਾ ਭਾਰ ਹੈ।